ਵਾਹਿਗੁਰੂ ਸਾਹਿਬ ਜੀ। ਗੁਰੂ ਗਰੀਬ ਨਿਵਾਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਡੰਡਾਉਤ ਬੰਦਨ ਅਨੇਕ ਵਾਰ ਸਰਬ ਕਲਾ ਸਮਰੱਥ ਡੋਲਣ ਤੇਰਾ ਹੋ ਪ੍ਰਭੂ ਨਾਨਕ ਦੇ ਕਰ ਹੱਥ ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਇਆਲ ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਸਗਲ ਦਵਾਰ ਕਉ ਛਾੜ ਕੈ ਗਹਿਓ ਤੁਹਾਰੋ ਦਵਾਰ ਮਾਹ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਮਾਹ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌਣ ਜੇ ਉਹ 68 ਤੀਰਥ ਨਾਵੈ, ਜੇ ਉਹ ਦੁਆਦਸ ਸਿਲਾ ਪੂਜਾਵੈ, ਜੇ ਉਹ 68 ਤੀਰਥ ਨਾਵੈ, ਜੇ ਉਹ ਦੁਆਦਸ ਸਿਲਾ ਪੂਜਾਵੈ, ਜੇ ਉਹ ਕੂਪ ਕੱਟਾ ਦੇ ਬਾਵੈ, ਕਰੈ ਨਿੰਦ ਸਭ ਬਿਰਥਾ ਜਾਵੈ, ਸਾਧਕਾ ਨਿੰਦਕ ਕੈਸੈ ਤਰੈ, ਸਰ ਪਰ ਜਨ ਨਰਕ ਹੀ ਪਰੈ ਰਹਾਉ, ਜੇ ਉਹ ਗ੍ਰਹਣ ਕਰੈ ਕੁਲ ਖੇਤਾ, ਹਰ ਪਾਇ ਨਾਰ ਸਿੰਗਾਰ ਸਮੇਤਾ, ਸਗਲੇ ਸਿਮਰਤ ਸਰਬਣੀ ਸੁਣਾਇ, ਕਰੈ ਨਿੰਦ ਕਬਨ ਨਹੀਂ ਗੁਣਾਇ, ਜੇ ਉਹ ਅਨਕ ਪ੍ਰਸਾਦ ਕਰਾਵੈ, ਧੂਮ ਦਾਨ ਸੋਭਾ ਮੰਡਪ ਪਾਵੈ, ਆਪਣਾ ਬੇਗਾਰ ਬਿਰਾਨਾ ਛੱਡੈ, ਕਰੈ ਨਿੰਦ ਬਹੁ ਜੋਨੀ ਹਾਂਡੈ, ਨਿੰਦਾ ਕਹਾਂ ਕਰੋ ਸੰਸਾਰ, ਨਿੰਦਕ ਕਾ ਪ੍ਰਗਟ ਪਹਾਰਾ, ਨਿੰਦਕ ਸੋਧ ਸਾਧ ਵਿਚਾਰਿਆ, ਕਹੋ ਰਵਿਦਾਸ ਪਾਪੀ ਨਰਕ ਸਿਧਾਰਿਆ, ਨਿੰਦਕ ਸੋਧ ਸਾਧ ਵਿਚਾਰਿਆ, ਕਹੋ
ਗਰੀਬ ਨਿਵਾਜ ਸਤਿਗੁਰੂ ਗੁਣੀ ਨਿਧਾਨ ਪਤਿਤ ਪਾਵਨ ਦੀਨਾ ਬੰਧੂ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਦੇ ਅੰਦਰ ਬਹੁਤ ਹੀ ਅਦਬ ਇਕਾਗਰਤਾ ਸਹਿਤ ਸਜ ਬੈਠੀ ਸਨਮਾਨਯੋਗ ਸਾਧ ਸੰਗਤ ਜੀਓ ਭਾਗਾਂ ਵਾਲੇ ਹਾਂ। ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਮਿਲ ਕੇ ਸਤ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਗੁਰਮੁਖ ਪਿਆਰੇ ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਸਾਹਿਬ ਜੀ ਵੱਲੋਂ ਸਥਾਪਿਤ ਕੀਤੇ ਹੋਏ ਅਸਥਾਨ ਗੁਰਦੁਆਰਾ ਗੁਰਸਾਗਰ ਮਸੂਆਣਾ ਸਾਹਿਬ ਵਿਖੇ ਸਤਿਗੁਰੂ ਜੀ ਦੇ ਪਾਵਨ ਦਰਬਾਰ ਦੇ ਅੰਦਰ ਸ਼ਾਮ ਦੇ ਦੀਵਾਨ ਵਿੱਚ ਗੁਰਮਤਿ ਵਿਚਾਰ ਦੀ ਲੜੀ ਜੋ ਚੱਲ ਰਹੀ ਹੈ, ਪ੍ਰਕਰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚੋਂ ਭਗਤ ਬਾਣੀ ਦਾ ਹੈ। ਸ਼ਬਦ ਗੌਣ ਰਾਗ ਦੇ ਹਨ। ਬਾਬਾ ਰਵਿਦਾਸ ਜੀ ਮਹਾਰਾਜ ਦੀ ਪਾਵਨ ਬਾਣੀ ਚੱਲ ਰਹੀ ਹੈ। ਉਹਨਾਂ ਦੀ ਬਾਣੀ ਦੇ 2 ਸ਼ਬਦ ਗੌਣ ਰਾਗ ਵਿੱਚੋਂ ਪ੍ਰਾਪਤ ਹੁੰਦੇ ਹਨ। ਪਹਿਲਾ ਸ਼ਬਦ ਆਪ ਜੀ ਨੇ ਕੱਲ੍ਹ ਦੇ ਸਮੇਂ ਵਿੱਚ ਸ਼ਰਵਣ ਕੀਤਾ ਸੀ। ਦੂਸਰੇ ਸ਼ਬਦ ਦੀ ਵਿਚਾਰ ਆਪਾਂ ਅੱਜ ਦੇ ਦੀਵਾਨ ਵਿੱਚ ਸਾਂਝੀ ਕਰਨੀ ਹੈ। ਸੋ ਦੀਵਾਨ ਦੀ ਮਰਿਆਦਾ ਮੁਤਾਬਕ ਗੁਰਮਤਿ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਫਤਿਹ ਦੀ ਸਾਂਝ ਆਪਸ ਵਿੱਚ ਪਾਈਏ। ਸਾਰੀ ਸੰਗਤ ਰਲ ਕਰ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਸ਼ਬਦ ਜਿਸ ਦੀ ਆਪਾਂ ਵਿਚਾਰ ਕਰਨੀ, ਮੂਲ ਪਾਠ ਆਪ ਜੀ ਨੇ ਸ਼ਰਵਣ ਕੀਤਾ ਹੈ। ਜੇ ਉਹ 68 ਤੀਰਥ ਨਾਵੈ, ਜੇ ਉਹ ਦੁਆਦਸ ਸਿਲਾ ਪੁਜਾਵੈ, ਜੇ ਉਹ ਕੂਪ ਤਟਾਂ ਦੇਵਾਵੈ, ਕਰੈ ਨਿੰਦ ਸਭ ਬਿਰਥਾ ਜਾਵੈ। ਇਸ ਪਾਵਨ ਸ਼ਬਦ ਦੇ ਪਾਠ ਤੋਂ ਆਪ ਜੀ ਨੇ ਇੱਕ ਗੱਲ ਦਾ ਤੇ ਅੰਦਾਜ਼ਾ ਲਗਾ ਲਿਆ ਹੋਣਾ ਕਿ ਇਸ ਸ਼ਬਦ ਦੇ ਅੰਦਰ ਨਿੰਦਕ ਦੀ ਗੱਲ ਚੱਲ ਰਹੀ ਹੈ। ਜੋ ਨਿੰਦਿਆ ਕਰਦਾ ਹੈ ਉਸ ਨਿੰਦਕ ਦਾ ਹਾਲ ਸ਼ਬਦ ਦੇ ਅੰਦਰ ਬਿਆਨ ਕੀਤਾ ਗਿਆ ਹੈ ਕਿ ਇੱਕ ਨਿੰਦਕ ਕਿੰਨਾ ਵੀ ਕਾਰਜ ਕਿਉਂ ਨਾ ਕਰ ਲਵੇ, ਉਸ ਦਾ ਕੀਤਾ ਹੋਇਆ ਕਾਰਜ ਕਿਸੇ ਅਰਥ ਨਹੀਂ ਪਿਆ ਕਰਦਾ। ਕੀਤਾ ਕਾਰਜ ਬੇਕਾਰ ਹੀ ਚਲਿਆ ਜਾਂਦਾ ਹੈ। ਇਸ ਤੋਂ ਪਹਿਲਾਂ ਆਪਾਂ ਸ਼ਬਦ ਦੀ ਵਿਚਾਰ ਕਰੀਏ। ਸੰਖੇਪ ਦੇ ਵਿੱਚ ਇਹ ਜਾਣ ਲਈਏ ਸਾਧ ਸੰਗਤ ਬਈ ਨਿੰਦਾ ਕੀ ਹੈ ਤੇ ਨਿੰਦਕ ਕੌਣ ਹੈ ਤੇ ਨਿੰਦਿਆ ਕਿਉਂ ਕੀਤੀ ਜਾਂਦੀ ਹੈ। ਇਹਨਾਂ ਬੇਨਤੀਆਂ ਨੂੰ ਆਪਾਂ ਸਮਝ ਲਈਏ ਕਿਉਂਕਿ ਗੁਰੂ ਸਾਹਿਬ ਬਾਣੀ ਦੇ ਅੰਦਰ ਕਿਰਪਾ ਕਰਦੇ ਹਨ। ਨਿੰਦਾ ਭਲੀ ਕਿਸੇ ਕੀ ਨਾ ਕੀ। ਸਤਿਗੁਰੂ ਕਹਿੰਦੇ ਭਾਈ ਨਿੰਦਿਆ ਕਿਸੇ ਦੀ ਵੀ ਕਰਨੀ ਭਲੀ ਨਹੀਂ ਹੈ। ਤੇ ਜਦੋਂ ਗੁਰੂ ਸਾਹਿਬ ਇਹ ਕਹਿ ਦਿੰਦੇ ਨੇ ਨਾ ਨਿੰਦਾ ਭਲੀ ਕਿਸੇ ਕੀ ਨਾ ਕੀ, ਉਹ ਕਿਸੇ ਦੇ ਅੰਦਰ ਸਾਰੇ ਹੀ ਆ ਜਾਂਦੇ, ਚੰਗਾ ਵੀ ਤੇ ਮਾੜਾ ਵੀ, ਦੋਸਤ ਵੀ ਤੇ ਦੁਸ਼ਮਣ ਵੀ, ਆਪਣਾ ਵੀ ਤੇ ਬੇਗਾਨਾ ਵੀ, ਸਾਰੇ ਹੀ ਉਹਦੇ ਵਿੱਚ ਇਨਕਲੂਡ ਹੋ ਜਾਂਦੇ ਹਨ। ਕਿਉਂਕਿ ਪਾਤਸ਼ਾਹ ਕਹਿ ਦਿੰਦੇ ਨਿੰਦਾ ਭਲੀ ਕਿਸੇ ਕੀ ਨਾ ਕੀ, ਕਿਸੇ ਦੀ ਵੀ ਨਿੰਦਿਆ ਕਰਨੀ ਭਲੀ ਨਹੀਂ ਹੈ। ਸੋ ਇੱਥੋਂ ਹੁਣ ਇਹ ਸਮਝਣਾ ਜ਼ਰੂਰੀ ਕਿ ਨਿੰਦਿਆ ਅਸਲ ਵਿੱਚ ਕੀ ਹੈ। ਜਦੋਂ ਭਾਈ ਕਾਹਨ ਸਿੰਘ ਨਾਭਾ ਜੀ ਦੀ ਲਿਖਤ ਮਹਾਨ ਕੋਸ਼ ਨੂੰ ਆਪ ਜੀ ਪੜ੍ਹੋਗੇ ਨਾ ਤੇ ਉਹਨਾਂ ਨਿੰਦਾ ਦਾ ਅਰਥ ਕਰਦੇ ਹੋਏ ਨਿੰਦ ਸ਼ਬਦ ਦੇ ਅੱਗੇ ਇੰਦਰਾਜ ਦਰਜ ਕਰਕੇ ਉਹਦੇ ਅੱਗੇ ਲਿਖਣਾ ਕੀਤਾ। ਅਰਥ ਲਿਖਿਆ ਉਹਨਾਂ ਨੇ ਬਦਨਾਮੀ ਤੇ ਨਿੰਦਾ ਦਾ ਅਰਥ ਉਹਨਾਂ ਨੇ ਲਿਖਣਾ ਕੀਤਾ ਉਹ ਗੱਲ ਜਿਹੜੀ ਵਾਪਰੀ ਨਾ ਹੋਵੇ ਪਰ ਬਣਾ ਕੇ ਕਿਸੇ ਦੀ ਬਦਨਾਮੀ ਕਰਨ ਵਾਸਤੇ ਕਹਿ ਦਿੱਤੀ ਜਾਵੇ। ਗੱਲ ਹੋਵੇ ਨਾ ਪਰ ਬਦਨਾਮੀ ਕਰਨ ਵਾਸਤੇ, ਦੂਜੇ ਦੀਆਂ ਨਿਗਾਹਾਂ ਵਿੱਚ ਕਿਸੇ ਨੂੰ ਨੀਵਾਂ ਵਿਖਾਉਣ ਵਾਸਤੇ ਆਖ ਦਿੱਤੀ ਜਾਵੇ, ਉਸ ਨੂੰ ਨਿੰਦਿਆ ਕਹਿੰਦੇ ਆ ਸਾਧ ਸੰਗਤ। ਤੇ ਇਹ ਨਿੰਦਿਆ ਕਰਨੀ ਕਿਸੇ ਦੀ ਵੀ ਭਲੀ ਨਹੀਂ ਹੈ, ਨਾ ਤੇ ਕਿਸੇ ਗੁਰਮੁਖ ਪਿਆਰੇ ਦੀ ਅਤੇ ਨਾ ਹੀ ਕਿਸੇ ਆਮ ਇਨਸਾਨ ਦੀ। ਨਿੰਦਾ ਇਸ ਰੂਪ ਦੇ ਵਿੱਚ ਨਹੀਂ ਕਰਨੀ ਚਾਹੀਦੀ। ਇਹ ਨਿੰਦਾ ਨਹੀਂ ਕਰਨੀ ਚਾਹੀਦੀ ਕਿਉਂਕਿ ਨਿੰਦਾ ਚੁਗਲੀ ਦਾ ਰੂਪ ਧਾਰਨ ਕਰਦੀ, ਨਿੰਦਾ ਨਫ਼ਰਤ ਵਿੱਚੋਂ ਨਿਕਲਦੀ, ਨਿੰਦਾ ਹਮੇਸ਼ਾ ਹੀ ਆਪਣੇ ਆਪ ਨੂੰ ਸੱਚਾ ਤੇ ਦੂਸਰੇ ਨੂੰ ਝੂਠਾ ਸਾਬਤ ਕਰਨ ਦੀ ਆਦਤ ਵਿੱਚੋਂ ਨਿਕਲਦੀ। ਨਿੰਦਾ ਹਮੇਸ਼ਾ ਆਪਣੇ ਆਪ ਨੂੰ ਉੱਚਾ ਰੱਖਣ
ਤੇ ਦੂਸਰੇ ਨੂੰ ਨੀਵਾਂ ਵਿਖਾਉਣ ਦੀ ਪ੍ਰਵਿਰਤੀ ਵਿੱਚੋਂ ਨਿਕਲਦੇ। ਨਿੰਦਾ ਕਰਨ ਵਾਲਾ ਨਿੰਦਕ ਹਮੇਸ਼ਾ ਇਹ ਸੋਚਦਾ ਹੈ ਕਿ ਮੇਰੀ ਪਦਵੀ ਸਲਾਮਤ ਰਹੇ, ਦੂਜੇ ਭਾਵੇਂ ਜਿਵੇਂ ਮਰਜ਼ੀ ਪਏ ਉਹਨਾਂ ਨਾਲ ਹੋਵੇ, ਉਹਨੂੰ ਦੂਸਰਿਆਂ ਨਾਲ ਕੋਈ ਮਤਲਬ ਨਹੀਂ ਹੁੰਦਾ। ਸਤਿਗੁਰੂ ਜੀ ਨੇ ਕਿਸੇ ਦੀ ਵੀ ਨਿੰਦਿਆ ਕਰਨ ਦੀ ਆਗਿਆ ਨਹੀਂ ਦਿੱਤੀ। ਗੁਰਬਾਣੀ ਦੇ ਵਿੱਚ ਰੋਕ ਲਾ ਦਿੱਤੀ ਹੈ ਦੂਸਰੀ ਵਿਅਕਤੀ ਨੂੰ ਸਮਝਣਾ। ਜੋ ਘਟਨਾ ਜਿਵੇਂ ਹੈ ਉਸਨੂੰ ਉਸ ਰੂਪ ਦੇ ਵਿੱਚ ਬਿਆਨ ਕਰਨਾ, ਉਹਨੂੰ ਨਿੰਦਾ ਨਹੀਂ ਆਖਦੇ ਹਨ। ਉਸਨੂੰ ਕਦੇ ਨਿੰਦਾ ਨਹੀਂ ਆਖਿਆ ਜਾਂਦਾ। ਕਈ ਵਾਰੀ ਨਾ ਲੋਕ ਹਕੀਕਤ ਬਿਆਨ ਕਰਨ ਦੀ ਗੱਲ ਨੂੰ ਵੀ ਨਿੰਦਾ ਕਰਨੀ ਕਹਿ ਲੈਂਦੇ ਹਨ। ਉਹ ਨਿੰਦਾ ਕਰਨੀ ਨਹੀਂ ਹੁੰਦੀ। ਸਾਧ ਸੰਗਤ ਹੁਣ ਆਪਣੇ ਸਾਹਮਣੇ ਆ ਗੁਲਦਸਤੇ ਪਏ ਨੇ, ਪਹਿਲਾਂ ਇਹਨਾਂ 'ਚ ਫੁੱਲ ਪਏ ਨੇ, ਤੇ ਆਪਾਂ ਐਵੇਂ ਹੀ ਕਹੀ ਜਾਈਏ ਵੀ ਇਹਨਾਂ ਨੂੰ ਤਾਂ ਜੀ ਤਿੱਖੇ ਤਿੱਖੇ ਕੰਡੇ ਲੱਗੇ ਆ ਜੀ, ਵੇਖਿਓ ਹੱਥ ਨਾ ਪਾਵੇ ਕਰੰਟ ਲੱਗ ਜਾਊਗਾ। ਇਹ ਅਸਲ 'ਚ ਨਿੰਦਾ ਹੋ ਜਾਣੀ ਇਹਨਾਂ ਦੀ। ਜਿਹੜੀ ਚੀਜ਼ ਹੈ ਨਹੀਂ ਉਹ ਦੱਸਣੀ, ਤੇ ਜੋ ਹੈ ਉਹਨੂੰ ਲੁਕੋ ਲੈਣਾ। ਇਸ ਰੂਪ ਦੇ ਵਿੱਚ ਨਿੰਦਿਆ ਨਾ ਜਿਹੜੀ ਉਹ ਨਹੀਂ ਹੋਣੀ ਚਾਹੀਦੀ। ਹਾਂ ਇਹ ਫੁੱਲ ਨੇ, ਫੁੱਲ ਨੇ, ਇਹ ਨਕਲੀ ਨੇ, ਇਹ ਹੈਗੇ ਨੇ। ਇਹ ਨਕਲੀ ਫੁੱਲਾਂ ਨੂੰ ਨਕਲੀ ਫੁੱਲ ਕਹਿਣਾ ਨਾ ਤੇ ਇਹਨਾਂ ਦੀ ਬੇਇੱਜ਼ਤੀ ਆ, ਨਾ ਹੀ ਇਹਨਾਂ ਦੀ ਨਿੰਦਿਆ ਹੈ। ਇਹ ਹਕੀਕਤ, ਇਹ ਰਿਐਲਿਟੀ ਹੈ। ਇਹ ਸਿਰਫ ਸੋਹਣੇ ਲੱਗਣ ਵਾਸਤੇ ਦਰਬਾਰ ਦੇ ਅੰਦਰ ਲਗਾਏ ਗਏ, ਕਿਉਂਕਿ ਜੇ ਅਸਲੀ ਫੁੱਲ ਇੱਥੇ ਲਗਾਏ ਜਾਣ ਉਹਨਾਂ ਨੂੰ ਪਾਣੀ ਵੀ ਦੇਣਾ ਪੈਣਾ, ਸਮੇਂ ਸਮੇਂ ਤੇ ਉਹਨਾਂ 'ਚ ਖਾਦ ਵੀ ਪਾਉਣੀ ਪੈਣੀ। ਉਹਦੀ ਖਾਦ ਵਿੱਚੋਂ ਕਈ ਪ੍ਰਕਾਰ ਦੀ ਗੰਧ ਆਉਣੀ ਜਿਹੜੀ ਕਿ ਦਰਬਾਰ ਦੇ ਵਿੱਚ ਸ਼ੋਭਾ ਨਹੀਂ ਦੇਵੇਗੀ, ਇੱਥੇ ਬੈਠੀ ਸੰਗਤ ਨੂੰ ਵੀ ਸ਼ੋਭਾ ਨਹੀਂ ਦੇਵੇਗੀ। ਸੋ ਇਸ ਲਈ ਸਜਾਵਟ ਵਾਸਤੇ ਇਹਨਾਂ ਨੂੰ ਰੱਖ ਲਿਆ ਗਿਆ ਵਾ। ਪਰ ਜੋ ਹਕੀਕਤ ਹੈ ਉਹਨੂੰ ਜਾਣਨਾ, ਉਹਨੂੰ ਸਮਝਣਾ, ਉਹ ਨਿੰਦਾ ਨਹੀਂ ਹੁੰਦੀ, ਉਹ ਨਾ ਹੀ ਬੇਇੱਜ਼ਤੀ ਕਰਨਾ ਹੁੰਦਾ ਵਾ। ਕਈ ਵਾਰੀ ਨਾ ਇਸ ਰੂਪ ਦੇ ਵਿੱਚ ਗੱਲ ਬਿਆਨ ਕਰਨ ਨੂੰ ਵੀ ਨਿੰਦਾ ਕਰਨੀ ਸਮਝ ਲਿਆ ਜਾਂਦਾ ਹੈ। ਫਿਰ ਤੋਂ ਮੈਂ ਬੇਨਤੀ ਕਰਦੇ, ਜੇ ਵੀ ਗੱਲ ਹੋਵੇ ਨਾ ਉਹ ਬਣਾ ਕੇ ਕਹਿ ਦਿੱਤੀ ਜਾਵੇ ਆਪਣੇ ਆਪ ਨੂੰ ਵੱਡਾ ਸਿੱਧ ਕਰਨ ਲਈ ਤੇ ਦੂਜੇ ਨੂੰ ਨੀਵਾਂ ਵਿਖਾਉਣ ਲਈ, ਉਹ ਨਿੰਦਿਆ ਹੈ। ਮਨ ਵਿੱਚ ਖੋਟ ਰੱਖ ਕੇ, ਨਫ਼ਰਤ ਰੱਖ ਕੇ, ਈਰਖਾ ਰੱਖ ਕੇ ਕਿਸੇ ਦੂਜੇ ਦੀ ਬਦਨਾਮੀ ਕਰਨ ਦੇ ਲਈ ਗੱਲ ਆਖਣੀ ਨਿੰਦਾ ਕਰਨੀ ਹੈ। ਪਰ ਹਕੀਕਤ ਬਿਆਨ ਕਰਨੀ ਨਿੰਦਾ ਕਰਨੀ ਨਹੀਂ ਹੁੰਦੀ। ਇਸ ਲਈ ਸਤਿਗੁਰੂ ਜੀ ਨੇ ਬਾਣੀ ਵਿੱਚ ਜਿੱਥੇ ਹਕੀਕਤ ਬਿਆਨ ਕਰਨ ਦੀ ਗੱਲ ਆਖੀ ਆਈ, ਉੱਥੇ ਪਾਤਸ਼ਾਹ ਜੀ ਨੇ ਜਦੋਂ ਲਿਖਣਾ ਸ਼ੁਰੂ ਕੀਤਾ ਤੇ ਗੁਰੂ ਜੀ ਨੇ ਵੱਡਿਆਂ ਵੱਡਿਆਂ ਦੀ ਵੀ ਤਹਿ ਲਾ ਦਿੱਤੀ। ਏਦਾਂ ਜਦੋਂ ਸਤਿਗੁਰੂ ਲਿਖਣ ਲੱਗੇ ਨਾ ਹਕੀਕਤ, ਉਦੋਂ ਬੇਝਿਜਕ ਹੋ ਕੇ ਗੁਰੂ ਪਾਤਸ਼ਾਹ ਨੇ ਕਹਿ ਦਿੱਤਾ, ਕਾਦੀ ਕੂੜ ਬੋਲ ਬਲ ਖਾਏ, ਬਾਹਮਣ ਨਾ ਹੋਵੇ ਜੀਆਂ ਘਾਏ, ਜੋਗੀ ਜੁਗਤ ਨਾ ਜਾਣੇ ਅੰਧ, ਤੀਨੇ ਉਜਾੜੇ ਕਾ ਬੰਦ। ਇਹ ਨਿੰਦਿਆ ਨਹੀਂ ਆ, ਇਹ ਉਸ ਵੇਲੇ ਦੀ ਹਕੀਕਤ ਸੀ ਜੋ ਪਾਤਸ਼ਾਹ ਨੇ ਵੇਖੀ ਤੇ ਗੁਰੂ ਸਾਹਿਬ ਨੇ ਬਾਣੀ ਉਚਾਰਦਿਆਂ ਕਿਰਪਾ ਕਰ ਦਿੱਤੀ। ਜਦੋਂ ਸਤਿਗੁਰੂ ਜੀ ਨੇ ਵੇਖਿਆ ਵੀ ਭਾਈ ਇਹਦੇ ਕੂੜ ਅਮਾਵਸ ਸੱਚ ਚੰਦਰਮਾ ਦਿਸੈ ਨਾਹੀ ਕਾ ਚੜਿਆ, ਤੇ ਗੁਰੂ ਸਾਹਿਬ ਨੇ ਦੱਸ ਦਿੱਤਾ। ਜਦੋਂ ਪਾਤਸ਼ਾਹ ਨੇ ਵੇਖਿਆ ਅਗਦ ਪੜਿਆ ਸ਼ੈਤਾਨ ਵੇਲਾ ਤੋਂ, ਭਾਈ ਧਰਮ ਗ੍ਰੰਥ ਸ਼ੈਤਾਨ ਲੋਕਾਂ ਦੇ ਹੱਥ ਵਿੱਚ ਆ ਗਏ ਨੇ, ਤੇ ਗੁਰੂ ਪਾਤਸ਼ਾਹ ਜੀ ਨੇ ਲਿਖ ਦਿੱਤਾ, ਸਮਝਾ ਦਿੱਤਾ। ਸੋ ਉਹ ਉਸ ਵੇਲੇ ਦੀ ਹਕੀਕਤ ਨੂੰ ਬਿਆਨ ਕੀਤਾ ਗਿਆ, ਉਹ ਨਿੰਦਾ ਨਹੀਂ ਕੀਤੀ ਗਈ। ਪਰ ਹਾਂ ਜਿਹੜੀ ਨਿੰਦਾ ਆ ਨਾ ਬਿਨਾਂ ਗੱਲ ਤੋਂ ਦੂਜੇ ਨੂੰ ਨੀਵਾਂ ਵਿਖਾਉਣਾ, ਉਹ ਨਾ ਤੇ ਗੁਰੂ ਪਾਤਸ਼ਾਹ ਨੇ ਉਸ ਰਸਤੇ ਤੇ ਆਪਣਾ ਕਦਮ ਪੁੱਟਿਆ ਤੇ ਨਾ ਹੀ ਆਪਣੇ ਸਿੱਖਾਂ ਨੂੰ ਉਸ ਰਸਤੇ ਤੇ ਜਾਣ ਦੀ ਆਗਿਆ ਕੀਤੀ, ਰੋਕਿਆ ਹੈ ਪਾਤਸ਼ਾਹ ਨੇ ਉਸ ਪਾਸੇ। ਕਹਿੰਦੇ ਭਾਈ ਬੰਦਾ ਕਿੱਡਾ ਹੀ ਮਾੜਾ ਕਿਉਂ ਨਾ ਹੋਵੇ, ਨਿੰਦਾ ਤੁਸੀਂ ਉਸ ਦੀ ਵੀ ਨਹੀਂ। ਜੋ ਜਿੰਨੀ ਹਕੀਕਤ ਉਹ ਉਨੀ ਗੱਲ ਕਰੋ, ਬਸ ਉਸ ਤੋਂ ਅੱਗੇ ਨਾ ਜਾਓ, ਉਸ ਤੋਂ ਅੱਗੇ ਨਹੀਂ ਜਾਣਾ। ਇਹ ਨਿੰਦਿਆ ਹੈ, ਇਹ ਨਹੀਂ ਕਰਨੀ, ਕਿਸੇ ਦੀ ਵੀ ਨਹੀਂ ਕਰਨੀ। ਅੱਛਾ ਦੂਜੀ ਗੱਲ, ਜੇ ਕੋਈ ਨਿੰਦਿਆ ਕਰ ਰਿਹਾ ਹੋਵੇ, ਕਿਸੇ ਦੂਜੇ ਦੀ ਨਿੰਦਿਆ ਕੋਈ ਕਰ ਰਿਹਾ ਹੋਵੇ, ਫਿਰ ਕੀ ਕਰੀਏ ਜੀ? ਫਿਰ ਸਤਿਗੁਰੂ ਜੀ ਦੀ ਪਾਵਨ ਬਾਣੀ ਅੱਜ ਮੁੱਖ ਵਾਕ ਆਪ ਜੀ ਨੇ ਪੜ੍ਹਿਆ ਹੋਣਾ ਇਸ ਸਥਾਨ ਤੋਂ, ਗੁਰਦੁਆਰਾ ਗੁਰਸਾਗਰ ਸਾਹਿਬ ਤੋਂ, ਰਾਗ ਬੈਰਾੜੀ ਦੇ ਵਿੱਚੋਂ ਆਇਆ ਹੁਕਮ। ਮਹਾਰਾਜ ਜੀ ਕਹਿਣ ਲੱਗੇ, ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਜੇ ਕੋਈ ਨਿੰਦਿਆ ਕਰ ਰਿਹਾ ਹੋਵੇ, ਮੰਨ ਲਓ ਆਪ ਜੀ ਦੀ ਕੋਈ ਨਿੰਦਿਆ ਕਰ ਰਿਹਾ ਵਾ, ਆਪ ਜੀ ਤੇ ਸੇਵਾ ਦੇ ਕਾਰਜ ਵਿੱਚ ਲੱਗੇ ਹੋਏ, ਸਿਮਰਨ ਦੇ ਕਾਰਜ ਵਿੱਚ ਲੱਗੇ ਹੋਏ,
ਗੁਰਬਾਣੀ ਪੜ੍ਹਨ ਦੇ ਕਾਰਜ ਵਿੱਚ ਲੱਗੇ ਹੋਏ, ਹੁਣ ਇਹਨਾਂ ਭਲੇ ਕਾਰਜਾਂ 'ਚ ਲੱਗਿਆਂ ਦੀ ਕੋਈ ਨਿੰਦਿਆ ਕਰ ਰਿਹਾ, ਫਿਰ ਆਪਾਂ ਕੀ ਕਰੀਏ? ਆਪਾਂ ਨੂੰ ਆਪਣੀ ਨਿੰਦਿਆ ਕਰਨੀ ਸੁਣਨ ਨੂੰ ਪੈ ਗਈ, ਮਿਲ ਗਈ। ਕਿਸੇ ਦੂਜੇ ਦੱਸਿਆ, ਭਾਈ ਫਲਾਣਾ ਤੇ ਤੇਰੇ ਬਾਰੇ ਆਹ ਗੱਲਾਂ ਦੱਸਦਾ ਪਿਆ ਲੋਕਾਂ ਨੂੰ ਜਾ ਜਾ ਕੇ। ਮੰਨ ਲਓ ਕੰਨੀ ਇਹ ਗੱਲ ਪੈ ਗਈ ਵੀ ਫਲਾਣਾ ਸਾਡੀ ਨਿੰਦਿਆ ਕਰਦਾ, ਫਿਰ ਅਸੀਂ ਕੀ ਕਰੀਏ? ਬਾਬਾ ਜੀ ਕਹਿਣ ਲੱਗੇ, ਹਰ ਜਨ ਰਾਮ ਨਾਮ ਗੁਣ ਗਾਵੇ। ਭਾਈ ਰੱਬ ਦੇ ਪਿਆਰੇ ਲਈ ਇਹ ਚਾਹੀਦਾ ਹੈ ਵੀ ਜਿਸ ਰਸਤੇ ਉੱਪਰ ਉਹ ਚੱਲਿਆ ਹੋਵੇ ਨਾ ਉਸ ਰਸਤੇ ਤੇ ਚੱਲਦਾ ਰਹੇ। ਜੇ ਕੋਈ ਨਿੰਦਕ ਕਰੇ ਹਰ ਜਨ ਕੀ, ਜੇ ਕੋਈ ਨਿੰਦਕ ਰੱਬ ਦੇ ਪਿਆਰੇ ਦੀ ਨਿੰਦਿਆ ਵੀ ਕਰੇ ਨਾ, ਆਪਣਾ ਗੁਣ ਨਾ ਗਵਾਵੇ। ਰੱਬ ਦਾ ਪਿਆਰਾ ਆਪਣਾ ਗੁਣ ਨਾ ਛੱਡੇ, ਉਹ ਆਪਣਾ ਗੁਣ ਕਰੀ ਜਾਵੇ ਤੇ ਨਿੰਦਕ ਆਪਣਾ ਕੰਮ ਲੱਗਿਆ ਰਹੇ। ਨਿੰਦਕ ਨੇ ਨਿੰਦਿਆ ਦੇ ਵਿੱਚ ਹੀ ਆਪਣਾ ਸਮਾਂ ਬਰਬਾਦ ਕਰ ਲੈਣਾ ਹੈ ਤੇ ਇਧਰੋਂ ਰੱਬ ਦੇ ਪਿਆਰੇ ਨੇ ਸਹੀ ਰਾਹ ਤੇ ਚੱਲਦਿਆਂ ਚੱਲਦਿਆਂ ਕਿੱਥੋਂ ਕਿੱਥੇ ਲੱਗ ਜਾਣਾ ਤੇ ਨਿੰਦਕ ਵਿਚਾਰਾ ਜਿੱਥੇ ਖੜਾ ਸੀ ਉਸੇ ਥਾਂ ਤੇ ਖੜਾ ਰਹਿ ਜਾਵੇਗਾ। ਅਸਲ ਵਿੱਚ ਨਾ ਸਾਧ ਸੰਗਤ, ਨਿੰਦਕ ਦੀ ਹਾਲਤ ਐਸੀ ਹੁੰਦੀ, ਉਹ ਜਿਵੇਂ ਨਾ ਛੋਟੇ ਹੁੰਦੇ ਸੁਣਦੇ ਹੁੰਦੇ ਸੀ, ਕਹਿੰਦੇ ਕੋਈ ਅਨਾੜੀ ਬੰਦਾ, ਉਹਦੇ ਹੱਥ 'ਚ ਆ ਗਿਆ ਆਰਾ, ਲੱਕੜ ਵੱਢਣ ਵਾਲਾ ਆਰੀ ਉਹਦੇ ਹੱਥ 'ਚ ਆ ਗਈ। ਉਹਨੇ ਵੇਖਿਆ ਵੀ ਇਹਦੇ ਨਾਲ ਨਾ ਲੱਕੜ ਤੋਂ ਕੱਟ ਦੇਈਦਾ ਏਦਾਂ ਏਦਾਂ ਕਰਕੇ। ਉਹਨੇ ਵੇਖਿਆ ਵੀ ਸਾਹਮਣੇ ਦਰਖਤ ਆ, ਇਹਦਾ ਟਾਹਣਾ ਬੜਾ ਵੱਡਾ ਹੈ, ਕਿਉਂ ਨਾ ਇਹ ਕੱਟ ਲਈਏ। ਉਹ ਟਾਹਣੇ ਉੱਪਰ ਚੜ੍ਹ ਕੇ ਬੈਠ ਗਿਆ ਤੇ ਜਿਸ ਪਾਸੋਂ ਦਰਖਤ ਵਿੱਚੋਂ ਨਿਕਲਦਾ ਸੀ ਉਸ ਪਾਸੇ ਕੱਟਣ ਲੱਗ ਪਿਆ, ਆਪ ਦੂਜੇ ਪਾਸੇ ਬੈਠ ਗਿਆ। ਉਹਨੂੰ ਬੜੇ ਲੋਕਾਂ ਸਮਝਾਇਆ ਵੀ ਕਮਲਿਆ ਦੂਜੇ ਪਾਸੇ ਹੋ ਜਾ, ਜੇ ਵੱਢਣਾ ਹੀ ਹੈ ਇਹਦੇ ਜਿਹਦੇ ਸਹਾਰੇ ਬੈਠਾ ਉਸੇ ਨੂੰ ਕੱਟੀ ਜਾ ਰਿਹਾ, ਡਿੱਗੇਗਾ, ਸੱਟ ਲੱਗੇਗੀ, ਕਿੱਥੇ ਮੰਨਦਾ। ਉਹ ਜਦੋਂ ਉਹ ਥੋੜਾ ਰਿਹਾ, ਉਹ ਟੁੱਟਿਆ, ਡਿੱਗਿਆ ਤੇ ਲੱਤਾਂ ਮਾਂ ਕਰਾ ਬੈਠਿਆ। ਅਸਲ ਵਿੱਚ ਨਾ ਨਿੰਦਕ ਬਸ ਨਹੀਂ ਕਰਦਾ, ਜਿਹਨੂੰ ਕਹਿੰਦੇ ਨੇ ਪਾਈ ਕਹਾੜਾ ਮਾਰਿਆ ਗਾਫਲ ਆਪਣਾ ਹਾਥ, ਦੀਨ ਗਵਾਇਆ ਦੁਨੀ ਸਿਓ ਦੁਨੀ ਨਾ ਚਾਲੀ ਸਾਥ। ਪਾਈ ਕਹਾੜਾ ਮਾਰਿਆ ਗਾਫਲ ਆਪਣਾ ਹਾਥ। ਨਿੰਦਕ ਦਾ ਅਸਲ ਵਿੱਚ ਹਾਲ ਇਹ ਹੁੰਦਾ ਹੈ ਸਾਧ ਸੰਗਤ, ਉਹ ਆਪਣਾ ਹੀ ਨੁਕਸਾਨ ਕਰ ਰਿਹਾ ਹੁੰਦਾ ਤੇ ਉਸਨੂੰ ਪਤਾ ਹੀ ਨਹੀਂ ਚੱਲਦਾ ਹੁੰਦਾ ਕਿ ਅਸੀਂ ਆਪਣਾ ਨੁਕਸਾਨ ਆਪ ਕਰੀ ਜਾ ਰਹੇ ਹਾਂ। ਨਿੰਦਕ ਜਦੋਂ ਇਸ ਰਾਹੇ ਪੈ ਜਾਂਦਾ ਤੇ ਨਾਲ ਨਾਲ ਲੋਕਾਂ ਨੂੰ ਦਿਖਾਉਣ ਦੇ ਲਈ ਚੰਗੇ ਕੰਮ ਵੀ ਕਰਦਾ ਵੀ ਲੋਕਾਂ 'ਚ ਮੇਰੀ ਵਾਹ ਬਣੀ ਰਹੇ ਤੇ ਦੂਜੇ ਪਾਸੋਂ ਨਿੰਦਿਆ ਵੀ ਕਰੀ ਜਾਂਦਾ ਹੈ। ਆਪ ਜੀ ਨੇ ਵੇਖਿਆ ਹੋਣਾ ਅੱਜ ਦੇ ਸਮੇਂ ਇਹਨਾਂ ਦੇ ਨਿੰਦਕ ਆਪ ਜੀ ਨੂੰ ਬੜੇ ਮਿਲ ਜਾਣਗੇ। ਲੋਕਾਂ 'ਚ ਵਿਖਾਉਣ ਲਈ, ਲਓ ਜੀ ਇੱਧਰੋਂ ਆਪਾਂ 4 ਰੋਟੀਆਂ ਫਲਾਣਿਆਂ ਦੇ ਘਰ ਵੰਡ ਕੇ ਫੋਟੋ ਖਿਚਾ ਲਈਏ, ਇੱਧਰੋਂ ਆਪਾਂ ਇੱਦਾਂ ਕਰਕੇ ਫੋਟੋ ਖਿਚਾ ਲਈਏ, ਇੱਧਰੋਂ ਆਪਾਂ ਇੱਦਾਂ ਕਰ ਲਈਏ, ਅਖਬਾਰਾਂ 'ਚ ਲਵਾਈਏ, ਸੋਸ਼ਲ ਮੀਡੀਆ ਤੇ ਪਾਈਏ, ਲੋਕ ਚੰਗਾ 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 ਆਖਣ ਤੇ ਦੂਜੇ ਪਾਸੇ ਨਿੰਦਿਆ ਵਾਲੇ ਪਾਸੇ ਲੱਗੇ ਰਹਿਣ। ਇੱਕ ਪਾਸੇ ਲੋਕਾਂ ਸਾਹਮਣੇ ਆਪਣੀ ਇਮੇਜ, ਆਪਣੀ ਹਸਤੀ ਨੂੰ ਵਧੀਆ ਸਥਾਪਿਤ ਕਰਨ ਦੀ ਕੋਸ਼ਿਸ਼ ਕਰਨੀ, ਦੂਜੇ ਪਾਸੇ ਨਿੰਦਿਆ ਵਾਲੇ ਪਾਸੇ ਲੱਗੇ ਰਹਿਣਾ। ਹੁਣ ਜਿਹੜੇ ਇਵੇਂ ਦੇ ਲੋਕ ਹੁੰਦੇ ਨੇ ਉਹਨਾਂ ਦਾ ਜ਼ਿਕਰ ਇਸ ਸ਼ਬਦ ਵਿੱਚ ਬਾਬਾ ਰਵਿਦਾਸ ਮਹਾਰਾਜ ਜੀ ਨੇ ਕਰ ਦਿੱਤਾ ਹੈ ਤੇ ਇਸ ਸ਼ਬਦ ਦੇ ਭਾਵ ਤੋਂ ਇੱਕ ਗੱਲ ਸਮਝ ਲੈਣੀ ਬਣਦੀ ਹੈ ਸਾਧ ਸੰਗਤ ਵੀ ਜਿਹੜੇ ਇਹ ਦੋਗਲੇ ਚਿਹਰਿਆਂ ਵਾਲੇ ਲੋਕ ਨੇ ਨਾ, ਇਹ ਅੱਜ ਹੀ ਨਹੀਂ, ਇਹ ਮਹਾਰਾਜ ਬਾਬਾ ਰਵਿਦਾਸ ਜੀ ਦੇ ਸਮੇਂ ਵੀ ਹੁੰਦੇ ਸੀ, ਇਹ ਉਸ ਵੇਲੇ ਵੀ ਹੁੰਦੇ ਸੀ। ਲੋਕਾਂ 'ਚ ਆ ਕੇ ਨਾ ਵਧੀਆ 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 ਬਣ ਕੇ ਵਿਖਾਉਣਾ ਤੇ ਪਿੱਛੋਂ ਨਿੰਦਿਆ ਵਾਲੇ ਕੰਮਾਂ 'ਚ ਲੱਗ ਜਾਣਾ। ਲੋਕਾਂ 'ਚ ਚੰਗਾ ਚੰਗਾ ਜਿਵੇਂ ਤਬਾ ਕਰਦਾ ਸੀ ਨਾ, ਖਡੂਰ ਸਾਹਿਬ ਦਾ ਤਬਾ, ਉਹਦੇ ਯੱਗ ਕਰਨੇ ਨਾ, ਹਵਨ ਕਰਨੇ, ਏਦਾਂ ਧੂਣੇ ਤਾਪਣੇ, ਸਮਾਧੀਆਂ ਲਾਉਣੀਆਂ ਵੀ ਲੋਕ ਮੈਨੂੰ ਆਖਣ ਭਗਤ ਹੀ ਇਹ ਆ। ਦੂਜੇ ਪਾਸੇ ਗੁਰੂ ਅੰਗਦ ਮਹਾਰਾਜ ਜੀ ਦੀ ਬਦਖੋਈ ਕਰਨ ਲੱਗ ਜਾਂਦਾ ਸੀ, ਬਿਨਾਂ ਗੱਲੋਂ ਉਹਨਾਂ ਬਾਰੇ ਮਾੜਾ ਕਹਿਣ ਲੱਗ ਜਾਂਦਾ ਸੀ, ਲੋਕਾਂ ਨੂੰ ਗੁਰੂ ਅੰਗਦ ਪਾਤਸ਼ਾਹ ਦੇ ਬਾਰੇ ਭੜਕਾਉਣ ਲੱਗ ਪੈਂਦਾ ਸੀ। ਹੁਣ ਉਹ ਸੀ ਨਿੰਦਿਆ, ਲੋਕਾਂ ਸਾਹਮਣੇ ਚੰਗਾ ਬਣਨਾ, ਭੰਡਾਰੇ ਕਰਨੇ, ਇਹ ਕਰਨਾ ਉਹ ਕਰਨਾ, ਤੇ ਦੂਜੇ ਪਾਸੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਵਿਰੋਧ ਕਰਨਾ, ਭਲੇ ਲੋਕਾਂ ਦਾ ਵਿਰੋਧ ਕਰਨਾ। ਸੋ ਜਿਹੜੇ ਇਵੇਂ ਦੇ ਲੋਕ ਨੇ ਸਾਧ ਸੰਗਤ, ਇਵੇਂ ਦੇ ਨਿੰਦਕ ਨੇ ਜਿਹੜੇ, ਉਹਨਾਂ ਨਿੰਦਕਾਂ ਦਾ ਹਾਲ, ਉਹਨਾਂ ਦੀ ਦਸ਼ਾ ਇਸ ਸ਼ਬਦ ਦੇ ਅੰਦਰ ਬਾਬਾ ਰਵਿਦਾਸ ਮਹਾਰਾਜ ਜੀ ਨੇ ਸਮਝਾਈ ਹੈ। ਸ਼ਬਦ ਸੁਖਾਲਾ ਹੈ, ਆਪਾਂ ਨੂੰ ਬਹੁਤੀ ਲੰਬੀ ਚੌੜੀ ਵਿਆਖਿਆ ਦੀ ਲੋੜ ਨਹੀਂ ਪਾਉਣੀ, ਇਸ ਲਈ ਸੀਮਤ ਅਰਥਾਂ ਦੇ ਵਿੱਚ ਰਹਿ ਕੇ ਆਪਾਂ ਸ਼ਬਦ ਨੂੰ ਸਮਝਾਂਗੇ। ਸਮਾਂ ਹੋਇਆ ਤਾਂ ਆਪਾਂ ਅਗਲਾ ਸ਼ਬਦ ਵੀ ਨਾਲ ਹੁੰਦੇ ਸ਼ੁਰੂ ਕਰ ਲਵਾਂਗੇ, ਆਰੰਭ ਕਰ ਲਵਾਂਗੇ। ਮਨ ਬਿਰਤੀਆਂ ਨੂੰ ਇਕਾਗਰ ਰੱਖਦੇ ਹੋਏ ਇੱਕ ਦਫਾ ਸਾਰੀ ਸੰਗਤ ਉਚਾਰਨ ਕਰੋ ਜੀ, ਸਤਨਾਮ ਵਾਹਿਗੁਰੂ ਜੀ। ਜੇ ਉਹ 68 ਤੀਰਥ ਲਾਵੈ, ਜੇ ਉਹ 12 ਸਿਲਾ ਪੁਜਾਵੈ,
ਉਹ ਸ਼ਬਦ ਹੈ ਨਾ ਜਿਹੜਾ ਇਹ ਪ੍ਰਣਾਮ ਹੈ, ਨਿੰਦਕ ਲਈ ਵਰਤਿਆ ਗਿਆ ਵਾ। ਤੇ ਬਾਬਾ ਰਵਿਦਾਸ ਜੀ ਮਹਾਰਾਜ ਕਹਿ ਰਹੇ ਨੇ 4 ਪਦਿਆਂ ਦਾ ਇਹ ਸ਼ਬਦ ਹੈ, ਇੱਕ ਇੱਕ ਪਦੇ ਦੀਆਂ 4-4 ਤੁਕਾਂ ਨੇ। ਬਾਬਾ ਰਵਿਦਾਸ ਜੀ ਕਹਿਣ ਲੱਗੇ ਜੇ ਉਹ 68 ਤੀਰਥ ਨਾ ਹੋਵੇ। 68 ਦਾ ਅਰਥ ਹੈਗਾ ਜੀ 68। ਹਿੰਦੂ ਧਰਮ ਦੇ ਵਿੱਚ ਨਾ 68 ਤੀਰਥਾਂ ਦਾ ਇਸ਼ਨਾਨ ਬਹੁਤ ਮਹਾਨ ਮੰਨਿਆ ਗਿਆ। ਜਿਵੇਂ ਇਸਲਾਮ ਧਰਮ ਦੇ ਵਿੱਚ ਮੱਕੇ ਦੀ ਹੱਜ ਕਰਨੀ ਬੜਾ ਪਵਿੱਤਰ ਕਰਮ ਮੰਨਿਆ ਗਿਆ ਹੈ। ਸਿੱਖ 5 ਤਖ਼ਤਾਂ ਦਾ ਦਰਸ਼ਨ ਕਰਨਾ ਆਪਣੀ ਜ਼ਿੰਦਗੀ ਦੇ ਵਿੱਚ ਭਲਾ ਕਰਮ ਸਮਝਦੇ ਨੇ। ਤੇ ਨਾਲ ਹੀ ਅਰਦਾਸ ਦੇ ਵਿੱਚ ਆਪਾਂ ਸਤਿਗੁਰੂ ਦੇ ਅੱਗੇ ਫਰਿਆਦ ਕਰਦੇ ਹਾਂ, ਸ਼੍ਰੀ ਨਨਕਾਣਾ ਸਾਹਿਬ ਦੇ ਹੋਰ ਗੁਰਦੁਆਰੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲੇ ਦਰਸ਼ਨ ਕੀਤਾ ਤੇ ਸੇਵਾ ਸੰਭਾਲ ਦਾ ਖਾਲਸਾ ਜੀ ਬਖਸ਼ੇ ਹੈ ਨਾ। ਸੋ ਇਦਾਂ ਆਪੋ ਆਪਣੇ ਧਰਮਾਂ ਦੇ ਵਿਸ਼ਵਾਸ ਹੁੰਦੇ, ਵਿਸ਼ਵਾਸਾਂ ਦੇ ਨਾਲ ਜੁੜੀਆਂ ਹੋਈਆਂ ਮਨੌਤਾਂ ਹੁੰਦੀਆਂ ਨੇ। ਹਿੰਦੂ ਧਰਮ ਦੇ ਵਿੱਚ 68 ਤੀਰਥਾਂ ਦਾ ਇਸ਼ਨਾਨ, ਉਹਨਾਂ ਦੀ ਯਾਤਰਾ, ਇਹਨੂੰ ਬਹੁਤ ਜ਼ਿਆਦਾ ਪਵਿੱਤਰ ਤੇ ਭਲਾ ਕਰਮ ਮੰਨਿਆ ਗਿਆ। ਕੋਈ ਵਿਰਲਾ ਹਿੰਦੂ ਇਨਸਾਨ ਹੋਏਗਾ ਜਿਹਨੇ ਆਪਣੀ ਜ਼ਿੰਦਗੀ ਦੇ ਵਿੱਚ 68 ਤੀਰਥਾਂ ਦਾ ਦਰਸ਼ਨ ਇਸ਼ਨਾਨ ਕੀਤਾ ਹੋਵੇ। ਕੋਈ ਵਿਰਲਾ ਹਿੰਦੂ ਹੋਏਗਾ, ਵਿਰਲਾ ਹੀ ਪਰਿਵਾਰ ਹੋਵੇਗਾ। ਆਮ ਲੋਕਾਂ ਦੇ ਹਿੱਸੇ ਇਹ ਚੀਜ਼ਾਂ ਨਹੀਂ ਆਉਂਦੀਆਂ। ਆਪਾਂ ਆਪਣੇ ਆਲੇ ਦੁਆਲੇ ਝਾਤੀ ਮਾਰ ਲਈਏ, ਕਿੰਨੇ ਲੋਕੀ ਐਸੇ ਹੁੰਦੇ ਨੇ ਗੁਰਸਿੱਖਾਂ ਦੇ ਪਰਿਵਾਰਾਂ ਵਿੱਚ ਜਿਨ੍ਹਾਂ ਨੂੰ ਆਪਣੀ ਜ਼ਿੰਦਗੀ 'ਚ 5 ਤਖ਼ਤਾਂ ਦਾ ਦਰਸ਼ਨ ਨਸੀਬ ਨਹੀਂ ਹੁੰਦਾ, ਨਹੀਂ ਕਰ ਪਾਉਂਦੇ, ਲੰਘ ਜਾਂਦਾ ਸਮਾਂ। ਜਿਹੜੇ ਹੋਰ ਗੁਰਦੁਆਰੇ ਨੇ ਦੂਰ ਦੂਰ ਗੁਰੂ ਸਾਹਿਬ ਦੀ ਯਾਦ 'ਚ ਬਣੇ ਹੋਏ, ਨਹੀਂ ਉੱਥੇ ਜਾ ਪਾਉਂਦੇ, ਨਹੀਂ ਦਰਸ਼ਨ ਕਰ ਸਕਦੇ ਉਹਨਾਂ ਅਸਥਾਨਾਂ ਦਾ, ਨਹੀਂ ਸਮਾਂ ਲੱਗਦਾ। ਜੇ ਸਮਾਂ ਹੋਵੇ ਤੇ ਸਬੱਬ ਨਹੀਂ ਬਣਦਾ, ਜੇ ਸਬੱਬ ਬਣ ਜਾਏ ਤੇ ਸਮਰੱਥਾ ਨਹੀਂ ਹੁੰਦੀ। ਸੋ ਇਹ ਚੀਜ਼ਾਂ ਨੇ ਕਿਸੇ ਨਾ ਕਿਸੇ ਥਾਂ ਤੇ ਕੋਈ ਨਾ ਕੋਈ ਕਾਰਨ ਰਹਿ ਜਾਂਦੀ ਹੈ। ਸੋ ਬਹੁਤ ਥੋੜੇ ਹੁੰਦੇ। ਬਾਬਾ ਰਵਿਦਾਸ ਜੀ ਕਹਿਣ ਲੱਗੇ ਭਾਵੇਂ ਕੋਈ ਇਨਸਾਨ 68 ਤੀਰਥਾਂ ਦਾ ਇਸ਼ਨਾਨ ਵੀ ਕਰ ਲਵੇ, 68 ਤੀਰਥਾਂ ਦੀ ਯਾਤਰਾ ਵੀ ਕਰ ਲਵੇ, ਜੇ ਉਹ 68 ਤੀਰਥ ਨਹਾਵੇ, 68 ਤੀਰਥਾਂ ਦੇ ਨਹਾ ਲਵੇ, ਜੇ ਉਹ ਦੁਆਦਸ ਸਿਲਾ ਪੁਜਾਵੇ। ਦੁਆਦਸ ਦਾ ਅਰਥ ਹੈਗਾ ਜੀ 10 ਅਤੇ 2 ਭਾਵ 12। ਹਿੰਦੂ ਧਰਮ ਵਿੱਚ ਨਾ 12 ਉਹ ਅਸਥਾਨ ਮੰਨੇ ਗਏ ਨੇ ਜਿਨ੍ਹਾਂ ਨੂੰ ਤੀਰਥ ਰੂਪ ਦੇ ਵਿੱਚ ਬੜੀ ਮਾਨਤਾ ਦਿੱਤੀ ਗਈ ਹੈ। ਤੇ ਇਹ ਮੰਨਿਆ ਗਿਆ ਹੈ ਕਿ ਉਹਨਾਂ 12 ਥਾਵਾਂ ਦੇ ਉੱਪਰ ਸ਼ਿਵਲਿੰਗ ਸਥਾਪਨ ਕੀਤਾ ਗਿਆ ਹੈ। ਤੇ ਉਹਨਾਂ ਦੇ ਦਰਸ਼ਨਾਂ ਵਾਸਤੇ ਜਿਹੜੇ ਹਿੰਦੂ ਵੀਰ ਨੇ ਉਹ ਚੇਚੇ ਤੌਰ ਤੇ ਉਹ ਜਾਂਦੇ ਨੇ। ਜਿਵੇਂ ਸੋਮਨਾਥ ਦਾ ਮੰਦਿਰ ਹੋਇਆ, ਜਾਂ ਅਮਰਨਾਥ ਦੀ ਯਾਤਰਾ ਹੋਈ, ਜਾਂ ਹੋਰ ਥਾਵਾਂ ਹੋਈ, 12 ਕਰਕੇ ਇਹਨਾਂ ਦੇ ਸਥਾਨ ਮੰਨੇ ਗਏ ਨੇ। ਉੱਥੇ ਜਿੱਥੇ ਸਿਲਾ ਦੀ ਪੂਜਾ ਹੁੰਦੀ ਹੈ, ਸਿਲ ਦੀ ਪੂਜਾ ਹੁੰਦੀ ਹੈ, ਜੇ ਉਹ ਦੁਆਦਸ ਸਿਲਾ ਪੁਜਾਵੇ, ਕਹਿੰਦੇ 68 ਤੀਰਥਾਂ ਦਾ ਦਰਸ਼ਨ ਵੀ ਕਰੇ, ਇਸ਼ਨਾਨ ਵੀ ਕਰੇ ਕੋਈ ਬੰਦਾ। ਠੀਕ। ਦੂਜੀ ਗੱਲ, ਦੁਆਦਸ ਸਿਲਾ ਪੁਜਾ, ਜਿਹੜੇ 12 ਪਵਿੱਤਰ ਉਹ ਅਸਥਾਨ ਮੰਨੇ ਗਏ ਜਿੱਥੇ ਜਾਣਾ ਲੋਚਦੇ ਨੇ, ਜਿੱਥੇ ਪੂਜਾ ਹੁੰਦੀ ਸ਼ਿਵਲਿੰਗ ਦੀ। ਜੇ ਉਹਨਾਂ 12 ਥਾਵਾਂ ਤੇ ਜਾ ਕੇ ਉਸ ਸਿਲਾ ਦੀ ਪੂਜਾ ਵੀ ਕੋਈ ਇਨਸਾਨ ਕਰ ਆਵੇ, ਜੇ ਆਹ ਕੂਪ ਤਟਾ ਦੇ ਬਾਵਾ, ਕਰੈ ਨਿੰਦ ਸਭ ਬਿਰਥਾ ਜਾਵੈ। ਜੇ ਉਹ ਕੂਪ ਤੱਟਾਂ ਦੇ ਵਾਵੇ, ਤੱਟਾਂ ਦਾ ਅਰਥ ਤੱਟਾਂ ਦੇ ਉੱਪਰ, ਕਿਨਾਰਿਆਂ ਦੇ ਉੱਪਰ, ਜਿਹੜੀਆਂ ਸੜਕਾਂ ਨੇ ਨਾ ਇਹਨਾਂ ਦੇ ਕਿਨਾਰਿਆਂ ਤੇ ਕੀ ਕਰੇ ਜੀ, ਕੂਪ ਖੂਹ ਲਗਵਾ ਦੇਵੇ। ਪਿਆਸਿਆਂ ਦੇ ਪਾਣੀ ਪੀਣ ਦੇ ਲਈ ਨਾ ਬੜਾ ਪਹਿਲੇ ਸਮਿਆਂ ਦੇ ਵਿੱਚ ਇਹ ਮਹਾਨ ਕੰਮ ਹੁੰਦਾ ਸੀ, ਇਹ ਸਰਕਾਰਾਂ ਕਰਦੀਆਂ ਸੀ। ਅੱਜ ਕੱਲ੍ਹ ਟੋਲ ਟੈਕਸ ਤਾਂ ਹਰੇਕ ਸੜਕ ਤੇ ਸਰਕਾਰ ਜਾ ਕੇ ਮੂੰਹ ਲਾ ਦਿੰਦੀ ਆ, ਪਰ ਉੱਥੇ ਕਿਤੇ ਪਾਣੀ ਪੀਣ ਦਾ ਪ੍ਰਬੰਧ ਕਰਨਾ, ਕਿਤੇ ਕਿਸੇ ਨੇ ਘੜੀ ਤੋਂ ਘੜੀ ਰੋਕਣਾ ਹੋਵੇ, ਆਰਾਮਗਾਹਾਂ ਦਾ ਪ੍ਰਬੰਧ ਕਰਨਾ, ਇਹ ਚੀਜ਼ਾਂ ਨਹੀਂ ਹੁਣ ਕਰਦੇ, ਪਹਿਲੇ ਸਮਿਆਂ 'ਚ ਕਰਦੇ ਸਨ। ਤੁਸੀਂ ਕਦੀ ਇੱਧਰ ਜਾਓ ਨਾ ਆਪਣਾ ਲੁਧਿਆਣਾ ਸਾਈਡ, ਇੱਥੇ ਮੇਰਾ ਖਿਆਲ ਹੈ ਕਨੇਚ ਪਿੰਡ ਦੇ ਲਾਗੇ ਉਹ ਹਾਈਵੇ ਲੰਘਦਾ ਵਾ, ਵੱਡੀ ਸੜਕ ਦੇ ਉੱਪਰੋਂ, ਸ਼ਾਇਦ ਉਹ ਕਨੇਚ ਜਾਂ ਵੀ ਹੋਰ ਪਿੰਡ ਆ, ਮੈਨੂੰ ਵਿਸਰਦਾ, ਮੈਂ ਵੇਖਿਆ ਤੇ ਸੜਕ ਤੋਂ ਇੱਕ ਪਾਸੇ ਜਾਉਂ ਇੱਕ ਬੜੀ ਵੱਡੀ ਫੈਕਟਰੀ ਲੱਗੀ ਹੋਈ ਹੈ, ਤੇ ਫੈਕਟਰੀ ਦੇ ਬਿਲਕੁਲ ਆਪੋਜ਼ਿਟ ਸਾਹਮਣੇ ਵਾਲੇ ਪਾਸੇ ਨਾ ਇੱਕ ਬੜਾ ਸੋਹਣਾ ਖੂਹ ਬਣਿਆ ਹੋਇਆ, ਬਹੁਤ ਚੌੜਾ ਵਾ, ਜਿੰਨਾ ਆਪਣਾ ਦਰਬਾਰ ਸਾਹਿਬ ਆ ਨਾ, ਮੇਰਾ ਖਿਆਲ ਹੈ ਉਹਦਾ ਡਾਇਮੀਟਰ ਜਿਹੜਾ ਇੰਨਾ ਹੋਣਾ ਕੋਲ, ਬਹੁਤ ਬਰੀਕ ਇੱਟ ਦਾ ਬਣਿਆ ਵਾ, ਤੇ ਉਹਦੇ ਹੇਠਾਂ ਆਮ ਖੂਹ ਬਣਿਆ ਵਾ। ਉਹਦੇ ਉੱਪਰ ਬੜੇ ਸੋਹਣੇ ਹਵਾਦਾਰ ਦਰਵਾਜ਼ੇ ਬਣੇ ਹੋਏ ਨੇ, ਤੇ ਆਸੇ ਪਾਸੇ ਦੇ ਬਹੁਤ ਵਧੀਆ ਕਮਰੇ ਬਣੇ ਹੋਏ ਨੇ। ਉਤਰਨ ਵਾਸਤੇ ਹੇਠਾਂ ਪੌੜੀਆਂ ਬੜੀਆਂ ਚੌੜੀਆਂ ਬਣਾਈਆਂ ਗਈਆਂ, ਜਿਵੇਂ ਆਪਣੇ
ਦੇ ਉੱਤੇ ਸਰੋਵਰ ਤੇ ਬਣੀਆਂ ਹੋਈਆਂ ਨੇ। ਬੜੇ ਵਧੀਆ ਤਰੀਕੇ ਨਾਲ ਉਹਨੂੰ ਬਣਾਇਆ ਗਿਆ ਹੋਇਆ, ਆਰਾਮ ਕਰਨ ਵਾਸਤੇ ਥਾਂ ਬੜੀ ਸੋਹਣੀ ਬਣੀ ਹੋਈ ਹੈ। ਪਰ ਅੱਜ ਕੱਲ੍ਹ ਤੇ ਖੰਡਰ ਬਣਿਆ ਪਿਆ। ਜਦੋਂ ਬਣੀ ਹੋਣੀ ਉਸ ਵੇਲੇ ਦੀ ਉਹ ਬੜੀ ਟੌਪ ਦੀ ਥਾਂ ਹੋਣੀ, ਤੇ ਜਿਹੜੇ ਲੋਕੀ ਉੱਥੇ ਉਹ ਦੱਸਦੇ ਨੇ ਵੀ ਜਦੋਂ ਇਹ ਸੜਕ ਨਿਕਲੀ ਸੀ ਨਾ ਇੱਥੋਂ ਦੀ ਦਿੱਲੀ ਵਾਲਾ ਹਾਈਵੇ, ਇਹਦੇ ਕਿਨਾਰੇ ਦੇ ਉੱਪਰ ਉਹ ਜਿਹੜਾ ਰਾਜਾ ਸੀ ਸ਼ੇਰ ਸ਼ਾਹ ਸ਼ੁਰੀ, ਉਹਦੇ ਵੱਲੋਂ ਕਹਿੰਦੇ ਇੱਦਾਂ ਦੇ ਕਈ ਖੂਹ ਕਈ ਆਰਾਮਗਾਹਾਂ ਬਣਵਾਈਆਂ ਗਈਆਂ ਸੀ ਵੀ ਕੋਈ ਰਾਹਗੀਰ ਲੰਘਦਾ ਹੋਵੇ, ਉਹ ਥੱਕ ਜਾਵੇ, ਉਹਨੇ ਆਰਾਮ ਕਰਨਾ ਤੇ ਇੱਥੇ ਆਰਾਮ ਕਰ ਸਕੇ। ਕਿਸੇ ਇਸ਼ਨਾਨ ਕਰਨਾ ਇੱਥੋਂ ਪਾਣੀ ਮਿਲ ਜਾਵੇ, ਕਿਸੇ ਨੂੰ ਪਿਆਸ ਲੱਗੀ ਤੇ ਪੀਣ ਨੂੰ ਪਾਣੀ ਮਿਲ ਜਾਵੇ। ਹੁਣ ਲੋਕਾਂ ਦੀ ਸਹੂਲਤ ਲਈ ਇਹ ਚੀਜ਼ਾਂ ਤੇ ਕਿੱਥੇ ਸਰਕਾਰਾਂ ਜਿਹੜੀਆਂ ਟੋਲ ਟੈਕਸ ਲਾ ਦੇਣ ਥੋੜ੍ਹੇ ਜਿਹੇ ਸੜਕਾਂ ਦੇ ਉੱਪਰ, ਉਦੋਂ ਆਪਾਂ ਲੋਕ ਇਵੇਂ ਦੇ ਆ, ਆਪਾਂ ਵੀ ਨਹੀਂ ਮੰਗ ਕਰਦੇ ਵੀ ਸਾਡੇ ਸਿਰਾਂ ਦੇ ਉੱਪਰ ਕਹਿੰਦੇ ਤੁਸੀਂ ਬੜੀ ਜਾਂਦੇ ਹੋ, ਕੋਈ ਸਹੂਲਤ ਵੀ ਤੇ ਸਾਨੂੰ ਆਮ ਲੋਕਾਂ ਨੂੰ ਦੇ ਦਿਓ, ਹੈ ਨਾ। ਆਮ ਲੋਕਾਂ ਵਾਸਤੇ ਮੈਨੂੰ ਖਿਮਾ ਕਰਨੀ, ਮੈਂ ਸ਼ਬਦ ਵਰਤਣ ਲੱਗਿਆ ਵਾਂ, ਰੋਡਾਂ ਦੇ ਉੱਪਰ ਵਾਸ਼ਰੂਮ ਵਗੈਰਾ ਵੀ ਨਹੀਂ ਬਣੇ ਹੁੰਦੇ। ਉਹ ਪੈਟਰੋਲ ਪੰਪਾਂ ਵਾਲਿਆਂ ਨੂੰ ਹਦਾਇਤ ਕਰ ਰੱਖੀ ਹੈ ਵੀ ਤੁਸੀਂ ਪਬਲਿਕ ਵਾਸਤੇ ਬਣਾ ਕੇ ਰੱਖੋ। ਉਹ ਉਸ ਪਾਸਿਓਂ ਵੀ ਕੰਨ ਝਾੜ ਰੱਖੇ ਹੋਏ ਨੇ ਹਕੂਮਤ ਨੇ, ਜਿਹੜੇ ਉਹਨਾਂ ਦੇ ਕਰਨ ਵਾਲੇ ਕੰਮ ਨੇ, ਜਿਹੜੀਆਂ ਬੁਨਿਆਦੀ ਚੀਜ਼ਾਂ ਦੀ ਆਮ ਲੋਕਾਂ ਨੂੰ ਲੋੜ ਹੈਗੀ ਹੈ। ਨਹੀਂ, ਮੈਂ ਬੇਨਤੀ ਇਸ ਲਈ ਕਰ ਰਿਹਾ ਕਿਉਂਕਿ ਸ਼ਬਦ ਵਿੱਚ ਇਹ ਗੱਲ ਹੈ। ਬਾਬਾ ਰਵਿਦਾਸ ਜੀ ਕਹਿੰਦੇ ਜੇ ਉਹ ਕੂਪ ਤੱਟਾਂ ਦੇ ਵਾਵੇ, ਕੋਈ ਇਨਸਾਨ ਸੜਕ ਦੇ ਕਿਨਾਰਿਆਂ ਦੇ ਉੱਪਰ ਖੂਹ ਵੀ ਲਗਵਾ ਦੇਵੇ ਆਮ ਲੋਕਾਂ ਦੇ, ਵੀ ਇੱਥੇ ਠਾਹਰ ਬਣ ਜਾਏਗੀ, ਲੋਕੀ ਕੋਈ ਥੱਕੇ ਹੋਣਗੇ ਤੇ ਉਹ ਠਹਿਰ ਜਾਣਗੇ ਤੇ ਆਪਣੀ ਦਿਨ ਗੱਡੀ ਕਰ ਲੈਣਗੇ, ਇੱਥੇ ਆਰਾਮ ਕਰਕੇ ਤੇ ਅੱਗੇ ਆਪਣਾ ਸਫ਼ਰ ਤੈਅ ਕਰ ਲੈਣਗੇ, ਹੈ ਨਾ। ਹੁਣ ਤਿੰਨ ਚੀਜ਼ਾਂ ਦਾ ਜ਼ਿਕਰ ਇੱਥੇ ਬਾਬਾ ਰਵਿਦਾਸ ਜੀ ਨੇ ਕੀਤਾ। ਪਹਿਲੀ ਗੱਲ ਉਹਨਾਂ ਆਖੀ, ਜੇ ਉਹ 68 ਤੀਰਥ ਨਹਾਵੇ, ਜੇ ਕੋਈ ਇਨਸਾਨ 68 ਤੀਰਥਾਂ ਤੇ ਨਹਾ ਲਵੇ, ਦਰਸ਼ਨ ਇਸ਼ਨਾਨ ਕਰ ਲਵੇ, ਜੇ ਉਹ ਦੁਆਦਸ ਸਿਲਾ ਹੋ ਜਾਵੇ, ਜੇ ਉਹ 12 ਸਿਲਾਂ ਦੀ ਪੂਜਾ ਵੀ ਕਰ ਆਵੇ, ਜੇ ਉਹ ਕੂਪ ਤੱਟਾਂ ਦੇ ਵਾਵੇ, ਜੇ ਉਹ ਸੜਕਾਂ ਦੇ ਕਿਨਾਰਿਆਂ ਦੇ ਉੱਪਰ ਖੂਹ ਲਗਵਾ ਕੇ ਲੋਕਾਂ ਲਈ ਆਰਾਮਗਾਹਾਂ ਵੀ ਬਣਵਾ ਦੇਵੇ, ਅਖੀਰਲੀ ਗੱਲ ਕਹੀ, ਕਰੈ ਨਿੰਦ ਸਭ ਬਿਰਥਾ ਜਾਵੇ। ਕਹਿੰਦੇ ਇੰਨਾ ਕੁਝ ਕਰਕੇ ਵੀ ਕੋਈ ਨਿੰਦਾ ਕਰੇ, ਇੰਨਾ ਕੁਝ ਕਰਕੇ 68 ਤੀਰਥਾਂ ਦਾ ਨਹਾਉਣ ਕਰਕੇ 12 ਸਿਲਾਂ ਨੂੰ ਪੂਜਣ ਤੋਂ ਬਾਅਦ ਲੋਕਾਂ ਲਈ ਆਰਾਮਗਾਹਾਂ ਮੁਫਤ ਵਿੱਚ ਬਣਾ ਕੇ ਦੇ ਦੇਣ ਤੋਂ ਬਾਅਦ, ਇਹਨਾਂ ਦਾਨੀ ਧਰਮੀ ਬਣਨ ਤੋਂ ਬਾਅਦ ਵੀ ਜੇਕਰ ਉਹ ਨਿੰਦਿਆ ਕਰਦਾ ਨਾ, ਤੇ ਮਹਾਰਾਜ ਬਾਬਾ ਰਵਿਦਾਸ ਜੀ ਕਹਿੰਦੇ ਕਰ ਨਿੰਦ ਸਭ ਬਿਰਥਾ ਜਾਵੇ। ਭਾਈ ਉਹਦਾ ਸਾਰਾ ਕੀਤਾ ਕਰਾਇਆ ਹੋਇਆ ਉਹ ਕਾਰਜ ਬੇਕਾਰ ਜਾਏਗਾ, ਕਿਸੇ ਅਰਥ ਨਹੀਂ ਪਏਗਾ। ਤੂੰ ਸਮਝ ਲੈਣਾ ਬਈ ਨਿੰਦਿਆ ਕਿੰਨੀ ਮਾੜੀ ਚੀਜ਼ ਹੈ, ਨਿੰਦਿਆ ਕਿੰਨੀ ਮਾੜੀ ਚੀਜ਼ ਹੈ, ਜੋ ਇਨਸਾਨ ਦਾ ਜੀਵਨ, ਉਹਦਾ ਕਰਮ, ਉਹਦਾ ਧਰਮ ਸਭ ਨੂੰ ਖਤਮ ਕਰ ਦਿੰਦੀ ਹੈ, ਸਭ ਤੇ ਲੀਕ ਮਾਰ ਦਿੰਦੀ ਹੈ, ਕਾਟਾ ਮਾਰ ਦਿੰਦੀ ਹੈ। ਨਿੰਦਿਆ ਕੀ ਹੁੰਦੀ ਇਹ ਆਪਾਂ ਪਹਿਲਾਂ ਸਮਝ ਚੁੱਕੇ ਹਾਂ। ਅੱਗੋਂ ਬਾਬਾ ਰਵਿਦਾਸ ਜੀ ਮਹਾਰਾਜ ਲਿਖਦੇ ਹਨ, ਸਾਧਕ ਨਿੰਦਕ ਕੈਸੇ ਕਰੈ, ਸਰ ਪਰ ਜਾਨੋ ਨਰਕ ਹੀ ਪਰ ਰਹਾਉ। ਸਾਧ ਕਾ ਨਿੰਦਕ ਕੈਸੇ ਕਰੈ, ਭਾਈ ਸਾਧ ਲੋਕਾਂ ਦਾ, ਭਲੇ ਲੋਕਾਂ ਦਾ, ਗੁਰਮੁਖ ਪਿਆਰਿਆਂ ਦਾ ਨਿੰਦਕ ਕੈਸੇ ਤਰੈ, ਕਿਵੇਂ ਕਰ ਸਕਦਾ, ਭਾਵ ਨਹੀਂ ਕਰ ਸਕਦਾ। ਸਰ ਪਰ ਜਾਨੋ ਨਰਕ ਹੀ ਭਰੈ, ਸਰ ਪਰ ਦਾ ਅਰਥ ਹੁੰਦਾ ਜੀ ਜ਼ਰੂਰ, ਯਕੀਨਨ, ਪੱਕੇ ਤੌਰ ਤੇ। ਬਾਬਾ ਰਵਿਦਾਸ ਜੀ ਕਹਿਣ ਲੱਗੇ ਪੱਕੇ ਤੌਰ ਤੇ ਨਰਕ ਹੀ ਭਰੈ, ਨਿੰਦਕ ਤੇ ਨਰਕ ਹੀ ਭੋਗ ਰਿਹਾ। ਜਿਹੜੀ ਨਿੰਦਿਆ ਉਹ ਕਰਦਾ ਪਿਆ ਨਾ, ਉਹਦੇ ਦੁਆਰਾ ਨਿੰਦਿਆ ਕਰਨੀ ਇੱਕ ਪ੍ਰਕਾਰ ਦਾ ਨਰਕ ਭੋਗਣਾ ਹੈ, ਜੋ ਇੱਥੇ ਸਾਹਮਣੇ ਉਹ ਭੋਗੀ ਜਾ ਰਿਹਾ। ਜਿਹਦੀ ਨਿੰਦਿਆ ਕਰਦਾ ਉਹਦੇ ਅੱਗੇ 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 ਤੁਰ ਕੇ ਕਿੱਥੋਂ ਕਿੱਥੇ ਲੰਘ ਗਿਆ, ਤੇ ਨਿੰਦਿਆ ਕਰਨ ਵਾਲਾ ਵਿਚਾਰਾ ਇਹ ਵੀ ਨਾਲੇ ਤੁਰਿਆ ਸੀ, ਉੱਤੇ ਦਾ ਉੱਤੇ ਖੜੋਤਾ ਰਹਿ ਗਿਆ, ਕਿੱਥੇ ਵੀ ਨਹੀਂ ਪਹੁੰਚ ਸਕਿਆ। ਹੁਣ ਇਹ ਇੱਕ ਪ੍ਰਕਾਰ ਦਾ ਨਰਕ ਹੀ ਹੈ। ਜ਼ਿੰਦਗੀ ਕਿੰਨੀ ਅੱਗਿਓਂ ਅੱਗੇ ਲੰਘ ਗਈ, ਉਮਰ ਕਿੰਨੀ ਵੱਧ ਗਈ, ਸਰੀਰ ਕਿੰਨਾ ਵੱਡਾ ਹੋ ਗਿਆ, ਸਮਾਂ ਪਤਾ ਨਹੀਂ ਕਦੋਂ ਨੇੜੇ ਆ ਜਾਵੇ, ਪਰ ਇਹਨੇ ਸਾਰਾ ਸਮਾਂ ਇੱਕ ਥਾਂ ਤੇ ਖੜੋਤੇ ਨੇ ਨਿੰਦਿਆ ਵਿੱਚ ਖੜੇ ਨੇ ਗੁਜ਼ਾਰ ਦਿੱਤਾ। ਉਸ ਤੋਂ ਅੱਗੇ ਵਧੇ ਨਹੀਂ ਸਕਿਆ, ਕਦੇ ਇਹਦੀ ਨਿੰਦਾ ਕਰਨ ਲੱਗ ਪਿਆ, ਕਦੇ ਇਹਦੀ ਨਿੰਦਾ, ਕਦੇ ਉਧਰੋਂ ਕਦੇ ਉਧਰੋਂ, ਬਸ ਇੱਥੇ ਤੱਕ ਹੀ ਰਹਿ ਗਿਆ। ਅਸਲ ਵਿੱਚ ਜਿਹੜਾ ਨਿੰਦਕ ਹੁੰਦਾ ਨਾ, ਉਹ ਇਹ ਸੋਚਦਾ ਹੁੰਦਾ ਵੀ ਨਿੰਦਿਆ ਕਰਕੇ ਪਤਾ ਨਹੀਂ ਮੈਨੂੰ ਕਿੰਨੀ ਕੁ ਵੱਡੀ ਪਦਵੀ ਪ੍ਰਾਪਤ ਹੋਵੇਗੀ, ਪਰ ਚੇਤਾ ਰੱਖਣਾ ਸਾਧ ਸੰਗਤ, ਕੱਚੀਆਂ ਨੀਹਾਂ ਤੇ ਕਿੱਡਾ ਮਰਜੀ ਮਹਿਲ ਉਸਾਰ ਲਓ, ਠਹਿਰ ਨਹੀਂ ਸਕਦਾ, ਬਹੁਤੀ ਦੇਰ
ਸਮੇਂ ਲਈ ਤੇ ਵੇਖਣ ਨੂੰ ਇਉਂ ਜਾਪੇਗਾ ਵੀ ਕਿਆ ਵੱਡੀ ਪ੍ਰਾਪਤੀ ਅਸੀਂ ਕਰ ਲਈ। ਥੋੜੀ ਜਿਹੀ ਜ਼ਮੀਨ ਨੂੰ ਝਟਕਾ ਤੇ ਦੇਣ ਦਿਓ, ਸਭ ਤੋਂ ਪਹਿਲਾਂ ਤੇ ਸਭ ਤੋਂ ਪਹਿਲਾਂ। ਸੋ ਨਿੰਦਾ ਕਰਕੇ ਜੋ ਕੀਤੀਆਂ ਹੋਈਆਂ ਪ੍ਰਾਪਤੀਆਂ ਹੁੰਦੀਆਂ ਨੇ ਨਾ, ਉਹ ਵੀ ਇਦਾਂ ਦੀ ਹੀ ਹੁੰਦੀ, ਕਿਉਂਕਿ ਹਕੀਕਤ ਨੇ ਤੇ ਆਪਣਾ ਥਾਂ ਰੱਖਣਾ ਹੁੰਦਾ। ਬਾਬਾ ਜੀ ਕਹਿੰਦੇ ਨੇ ਕੂੜ ਨਿਖੁੱਟੈ ਨਾਨਕਾ ਓੜਕ ਸੱਚ ਰਹੀ। ਅਖੀਰ ਨੂੰ ਸੱਚ ਨੇ ਤੇ ਸੱਚ ਹੀ ਰਹਿਣਾ। ਤੇ ਜੋ ਨਿੰਦਿਆ ਕਰਕੇ ਇਹਦਾ ਝੂਠ ਦਾ ਪਰਦਾ ਪਾਇਆ ਹੋਇਆ ਸੀ, ਉਹਨੇ ਲੈ ਜਾਣਾ ਸਕਦਾ। ਜੇ ਨਾ ਵੀ ਲਾਓ ਨਾ, ਉਹਨੇ ਤਾਂ ਵੀ ਆਪਣੇ ਆਪ ਖਤਮ ਹੋ ਜਾਣਾ, ਕਿਉਂਕਿ ਸੱਚ ਪੁਰਾਣਾ ਨਾਂ ਹੀ ਹੈ। ਗੁਰੂ ਬਾਬਾ ਜੀ ਕਹਿੰਦੇ ਸੱਚ ਕਦੀ ਪੁਰਾਣਾ ਹੁੰਦਾ ਹੀ ਨਹੀਂ। ਮਤਲਬ ਇਹ ਸਮਝੋ ਵੀ ਕਦੇ ਪੁਰਾਣਾ ਹੋ ਕੇ ਖਤਮ ਹੋ ਜਾਏਗਾ। ਪੁਰਾਣਾ ਹੋਣ ਤੋਂ ਭਾਵ ਖਤਮ ਹੋ ਜਾਣਾ। ਕੱਪੜਾ ਪੁਰਾਣਾ ਹੋ ਜਾਏ ਭਾਵ ਕੀ ਖਤਮ ਹੋ ਗਿਆ, ਹੁਣ ਨਹੀਂ ਰਿਹਾ ਪਹਿਨਣ ਦੇ ਜੋ, ਹੁਣ ਸੁੱਟੋ ਪਰੇ। ਸੱਚ ਕਦੀ ਏਦਾਂ ਨਹੀਂ ਹੁੰਦਾ ਵੀ ਉਹਨੂੰ ਏਦਾਂ ਕਹਿ ਲਓ ਭਾਈ ਬੁਰਾ ਸੋ ਉਹਨੇ ਹਕੀਕਤ ਨੇ ਹਕੀਕਤ ਹੀ ਰਹਿਣਾ ਹੁੰਦਾ। ਤੇ ਨਿੰਦਿਆ ਕਰਨ ਵਾਲੇ ਨਿੰਦਕ ਨੇ ਖਤਮ ਹੋ ਜਾਣਾ ਵਾ, ਉਹਨੇ ਚਿਕੜ ਉਛਾਲਦੇ ਨੇ ਖਤਮ ਹੋ ਜਾਣਾ ਹੈ। ਸੋ ਸਾਧ ਸੰਗਤ ਐਸੀ ਹਾਲਤ ਨਿੰਦਕ ਦੀ ਗੁਰੂ ਮਹਾਰਾਜ ਜੀ ਦੱਸਦੇ ਹਨ। ਕਹਿੰਦੇ ਭਾਈ ਨਿੰਦਕ ਤਰ ਤੇ ਨਹੀਂ ਸਕਦਾ, ਹਾਂ ਜੇਕਰ ਰੱਬ ਦੇ ਪਿਆਰੇ ਆਪਣੀ ਸ਼ਰਨ ਲਾ ਲੈਣ ਤੇ ਨਿੰਦਕ ਸੱਚੇ ਮਨੋਂ ਕਿਸੇ ਗੁਰਮੁਖ ਦੀ, ਭਲੇ ਪੁਰਸ਼ ਦੀ, ਚੰਗੇ ਇਨਸਾਨ ਦੀ ਸ਼ਰਨ ਵਿੱਚ ਆ ਕੇ ਆਪਣੀ ਗਲਤੀ ਦੇ ਲਈ ਪਛਤਾਵਾ ਕਰੇ ਤੇ ਅੱਗੇ ਨੂੰ ਸਹੀ ਮਾਰਗ ਉੱਪਰ ਤੁਰਨ ਦਾ ਪ੍ਰਣ ਕਰੇ, ਫਿਰ ਤੇ ਉਸ ਦਾ ਜੀਵਨ ਬਦਲ ਸਕਦਾ ਹੈ। ਨਹੀਂ ਨਿੰਦਕ ਦਾ ਭਾਈ ਕੁਝ ਵੀ ਨਹੀਂ ਹੋ ਸਕਦਾ, ਕਿਉਂਕਿ ਪਾਤਸ਼ਾਹ ਬਾਣੀ ਚ ਕਹਿੰਦੇ ਔਖਦ ਸਭੇ ਕੀਤੀਆਂ ਨਿੰਦਕ ਕਾ ਦਾਰੂ ਨਾ। ਭਾਈ ਨਿੰਦਕ ਦੀ ਦਵਾਈ ਹੋਈ ਨਹੀਂ ਹੈ। ਜਿਹਨੂੰ ਨਿੰਦਿਆ ਕਰਨ ਦੀ ਆਦਤ ਪੈ ਗਈ ਨਾ, ਮਤਲਬ ਇਹ ਸਮਝੋ ਤੁਸੀਂ ਬਈ ਕੋਈ ਕੁੜੀ ਬਣਾ ਕੇ ਉਹਨੂੰ ਦੇ ਲਓ ਤੇ ਨਿੰਦਿਆ ਕਰਨ ਵਾਲੇ, ਉਹ ਨਹੀਂ ਹਟ ਸਕਦਾ। ਜਿੰਨੀਆਂ ਮਰਜ਼ੀ ਔਸ਼ਧੀਆਂ, ਜਿੰਨੀਆਂ ਮਰਜ਼ੀ ਦਵਾਈਆਂ ਉਹਨੂੰ ਦੇ ਦਿਓ। ਗੁਰੂ ਜੀ ਨੇ ਇੱਕ ਉਦਾਹਰਨ ਬਾਣੀ ਸੇ ਲਈ, ਜਿਉਂ ਜੋਰੂ ਸਿਰਨਾਵਣੀ ਆਵੇ ਵਾਰੋ ਵਾਰ, ਝੂਠੇ ਝੂਠਾ ਮੁਖ ਵਸੈ ਨਿਤ ਨਿਤ ਹੋਏ ਖੁਆਰ। ਜਿਵੇਂ ਸਾਡੀਆਂ ਭੈਣਾਂ ਮਾਤਾਵਾਂ ਨੂੰ ਨਾ ਉਸ ਸਮੇਂ ਦੇ ਹਿਸਾਬ ਨਾਲ ਉਹਨਾਂ ਦੇ ਸਰੀਰ ਦੀ ਇੱਕ ਪ੍ਰਕਿਰਿਆ ਵਾ ਜੋ ਹਰ ਮਹੀਨੇ ਘਟਦੀ ਹੀ ਘਟਦੀ, ਉਹ 'ਚ ਉਹਨਾਂ ਦਾ ਆਪਣਾ ਵਸ ਨਹੀਂ, ਨਾ ਹਟਾ ਸਕਦੀਆਂ ਨਾ ਲਾ ਸਕਦੀਆਂ। ਕੁਦਰਤੀ ਇੱਕ ਪ੍ਰਕਿਰਿਆ ਵਾ ਉਹਨੇ ਵਾਪਰਨਾ। ਗੁਰੂ ਜੀ ਨੇ ਉਹ ਉਦਾਹਰਣ ਦੇ ਕੇ ਸਮਝਾਇਆ